ਚੰਡੀਗੜ੍ਹ ਦੇ ਅੰਮ੍ਰਿਤਧਾਰੀ ਡਾਕਟਰ ਨੇ ਦਰਬਾਰ ਸਾਹਿਬ ਵਿੱਚ ਕੀਤਾ ਅਜੀਬ ਕੰਮ। ਪੂਰੀ ਦੁਨੀਆ ਵਿੱਚ ਵੀਡੀਓ ਹੋ ਗਈ ਹੈ ਵਾਇਰਲ। ਤੁਹਾਨੂੰ ਦੱਸੀਏ ਕਿ ਇੱਕ ਅਜਿਹੀ ਘਟਨਾ ਵਾਪਰੀ ਹੈ ਜਿੱਥੇ ਕਿ ਜਿਹੜਾ ਨੌਜਵਾਨ ਸੀਗਾ, ਇੱਕ ਗੁਰਸਿੱਖ ਨੌਜਵਾਨ ਜੋ ਕਿ ਚੰਡੀਗੜ੍ਹ ਦੇ ਵਿੱਚ ਪੜ੍ਹਨ ਲਿਖਣ ਲਈ ਆਇਆ, ਪਰ ਉਸ ਤੋਂ ਬਾਅਦ ਉਸਨੇ ਜੋ ਕੁਝ ਕੀਤਾ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਤੁਹਾਨੂੰ ਦੱਸੀਏ ਕਿ ਇਹ ਗੁਰਸਿੱਖ ਨੌਜਵਾਨ ਚੰਡੀਗੜ੍ਹ ਦੇ ਵਿੱਚ ਪੜ੍ਹਨ ਗਿਆ, ਪਰ ਉੱਥੇ ਦੇ ਲੋਕਾਂ ਦਾ ਰਹਿਣਾ ਸਹਿਣਾ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ। ਉਸ ਤੋਂ ਬਾਅਦ ਉਹ ਨੌਜਵਾਨ ਜਿਹੜਾ ਸੀਗਾ ਉਸਨੇ ਜੋ ਹੈ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਦੇ ਜਿਹੜੇ ਹੋਰ ਲੋਕ ਸੀਗੇ, ਨੌਜਵਾਨ ਸੀਗੇ, ਦੋਸਤ ਸੀਗੇ, ਉਹਨਾਂ ਨੇ ਵਾਲ ਕੱਟੇ ਹੋਏ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਜਿਹੜਾ ਰਹਿੰਦੇ ਸੀਗੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਵੱਖਰੇ ਢੰਗ ਨਾਲ ਬਤੀਤ ਕਰਦੇ। ਤਾਂ ਉਹ ਗੁਰਸਿੱਖ ਨੌਜਵਾਨ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਤੇ ਉਸਨੇ ਵੀ ਸੋਚਿਆ ਕਿ ਉਹ ਵੀ ਜੋ ਹੈ ਕੇਸ ਕਤਲ ਕਰਵਾ ਲਵੇਗਾ। ਉਸ ਤੋਂ ਬਾਅਦ ਉਹ ਨੌਜਵਾਨ ਜਿਹੜਾ ਆ ਛੁੱਟੀਆਂ ਦੇ ਵਿੱਚ ਆਪਣੇ ਘਰ ਜਾਂਦਾ ਹੈ ਤੇ ਘਰ ਜਾ ਕੇ ਆਪਣੇ ਪਿਤਾ ਦੇ ਅੱਗੇ ਇਹ ਗੱਲ ਰੱਖਦਾ ਹੈ ਕਿ ਮੈਂ ਕੇਸ ਕਤਲ ਕਰਵਾਉਣੇ ਆ। ਪਰ ਪਿਤਾ ਦੇ ਵੱਲੋਂ ਇਹ ਸੋਚਿਆ ਜਾਂਦਾ ਹੈ ਕਿ ਸਾਡਾ ਪਰਿਵਾਰ ਤਾਂ ਗੁਰਸਿੱਖ ਪਰਿਵਾਰ ਆ, ਕਿ ਸਾਡੇ ਪਰਿਵਾਰ ਦੇ ਵਿੱਚ ਤਾਂ ਅਜਿਹਾ ਕਦੇ ਕਿਸੇ ਨੇ ਨਹੀਂ ਕੀਤਾ ਤੇ ਸਾਡਾ ਪੁੱਤ ਜੇਕਰ ਕੇਸ ਕਤਲ ਕਰਵਾਵੇਗਾ ਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਕੋਈ ਵੀ ਗੁਰਸਿੱਖ ਪੈਦਾ ਨਹੀਂ ਹੋਵੇਗਾ। ਤਾਂ ਉਸ ਤੋਂ ਬਾਅਦ ਪਿਤਾ ਨੇ ਕਿਹਾ ਕਿ ਹੁਣ ਤੂੰ ਆਰਾਮ ਨਾਲ ਜਾ ਕੇ ਸੋ ਜਾ, ਕੱਲ ਸਵੇਰੇ ਮੈਂ ਤੇਰੀ ਇਸ ਗੱਲ ਦਾ ਜਵਾਬ ਦੇਵਾਂਗਾ। ਦੋਵੇਂ ਪਤੀ ਪਤਨੀ ਆਪਸ ਦੇ ਵਿੱਚ ਵਿਚਾਰ ਕਰਨ ਲੱਗ ਗਏ ਕਿ ਹੁਣ ਪੁੱਤਰ ਦੇ ਗੱਲ ਦਾ ਜਵਾਬ ਕੀ ਦਿੱਤਾ ਜਾਵੇ। ਜੇਕਰ ਕੇਸ ਕਤਲ ਕਰਵਾ ਲਏ ਉਸਨੇ ਤਾਂ ਫਿਰ ਤਾਂ ਬਹੁਤ ਵੱਡੀ ਜਿਹੜੀ ਆ ਮੁਸ਼ਕਿਲ ਹੋ ਜਾਵੇਗੀ। ਅਗਲੇ ਦਿਨ ਸਵੇਰ ਹੁੰਦੀ ਆ ਤਾਂ ਪਿਤਾ ਜੋ ਹੈ ਸਾਰੀ ਰਾਤ ਇਸ ਗੱਲ ਨੂੰ ਵਿਚਾਰਦਾ ਰਹਿੰਦਾ ਹੈ। ਫਿਰ ਜਦੋਂ ਸਵੇਰ ਹੁੰਦੀ ਹੈ ਤੇ ਪਿਤਾ ਆਪਣੇ ਪੁੱਤ ਨੂੰ ਕਹਿੰਦਾ ਹੈ ਕਿ ਰਾਤ ਨੂੰ ਜੋ ਤੂੰ ਮੈਨੂੰ ਗੱਲ ਕਹੀ ਸੀ ਕਿ ਮੈਂ ਕੇਸ ਕਤਲ ਕਰਵਾਉਣੇ ਨੇ, ਪਹਿਲੀ ਗੱਲ ਤਾਂ ਪਿਤਾ ਨੇ ਇਹ ਕਹਿ ਦਿੱਤਾ ਕਿ ਮੈਂ ਤੈਨੂੰ ਇਹ ਕੇਸ ਨਹੀਂ ਦਿੱਤੇ, ਗੁਰੂ ਸਾਹਿਬ ਨੇ ਤੈਨੂੰ ਕੇਸ ਬਖਸ਼ੇ ਨੇ, ਤੂੰ ਉਹਨਾਂ ਦੀ ਹੀ ਆਗਿਆ ਲੈ ਲੈ। ਜੇਕਰ ਉਹ ਤੈਨੂੰ ਆਗਿਆ ਦਿੰਦੇ ਨੇ ਕਿ ਤੂੰ ਕੇਸ ਕਤਲ ਕਰਵਾ ਲਾ ਫਿਰ ਮੈਂ ਵੀ ਤੈਨੂੰ ਨਹੀਂ ਰੋਕਾਂਗਾ। ਉਸ ਤੋਂ ਬਾਅਦ ਫਿਰ ਨੌਜਵਾਨ ਨੇ ਪੁੱਛਿਆ ਕਿ ਹੁਣ ਮੈਂ ਕਿਵੇਂ ਗੁਰੂ ਸਾਹਿਬ ਕੋਲ ਪੁੱਛਾਂ ਕਿ ਮੈਂ ਕੇਸ ਕਤਲ ਕਰਵਾਵਾਂ ਜਾਂ ਫਿਰ ਨਾ। ਉਸ ਤੋਂ ਬਾਅਦ ਫਿਰ ਪਿਤਾ ਨੇ ਕਿਹਾ ਕਿ ਤੂੰ ਸ੍ਰੀ ਦਰਬਾਰ ਸਾਹਿਬ ਜਾ, ਉੱਥੇ ਜਾ ਕੇ ਸਾਰਾ ਦਿਨ ਅੱਜ ਸੇਵਾ ਕਰ, ਕੀਰਤਨ ਸਿਮਰਨ ਕਰ, ਉਸ ਤੋਂ ਬਾਅਦ ਤੈਨੂੰ ਜੋ ਵੀ ਸੰਦੇਸ਼ ਲੱਗੂਗਾ, ਜੋ ਤੇਰੇ ਮਨ ਨੂੰ ਚੰਗਾ ਲੱਗਾ ਉਹ ਤੂੰ ਕਰ ਲਈ, ਸਮਝੀ ਕਿ ਗੁਰੂ ਸਾਹਿਬ ਦਾ ਸੰਦੇਸ਼ ਹੋਵੇਗਾ। ਉਸ ਤੋਂ ਬਾਅਦ ਫਿਰ ਨੌਜਵਾਨ ਜਿਹੜਾ ਆ ਆਪਣੇ ਪਿਤਾ ਦੀ ਗੱਲ ਮੰਨ ਕੇ ਸ੍ਰੀ ਦਰਬਾਰ ਸਾਹਿਬ ਚਲਾ ਜਾਂਦਾ ਹੈ। ਸਾਰਾ ਦਿਨ ਉੱਥੇ ਸੇਵਾ ਕਰਦਾ ਹੈ ਤੇ ਕੀਰਤਨ ਵੀ ਸਿਮਰਨ ਕਰਦਾ ਹੈ। ਤੇ ਜਦੋਂ ਹਾਲੇ ਉਹ ਲੰਗਰ ਦੀ ਸੇਵਾ ਕਰ ਰਿਹਾ ਹੁੰਦਾ ਹੈ ਤੇ ਇੱਕ ਜਗ੍ਹਾ ਤੇ ਬੈਠਾ ਹੁੰਦਾ ਹੈ ਤੇ ਉਸ ਦੌਰਾਨ ਇੱਕ ਛੋਟਾ ਜਿਹਾ ਬੱਚਾ ਜੋ ਹੈ ਉਸਦੇ ਕੋਲ ਆਂਦਾ ਹੈ। ਛੋਟਾ ਬੱਚਾ ਉਸਦੇ ਕੋਲ ਆਂਦਾ ਹੈ ਤੇ ਉਸ ਨੌਜਵਾਨ ਨੂੰ ਕਹਿੰਦਾ ਹੈ ਕਿ ਤੁਸੀਂ ਦਸਤਾਰ ਬਹੁਤ ਜ਼ਿਆਦਾ ਵਧੀਆ ਬੰਨੀ ਹੋਈ ਹੈ ਤੇ ਮੈਂ ਵੀ ਵੱਡੇ ਹੋ ਕੇ ਅਜਿਹੀ ਦਸਤਾਰ ਬੰਨਿਆ ਕਰਾਂਗਾ। ਤਾਂ ਉਹ ਛੋਟੇ ਬੱਚੇ ਦੀ ਗੱਲ ਸੁਣ ਕੇ ਨੌਜਵਾਨ ਬਹੁਤ ਹੈਰਾਨ ਹੋਇਆ ਤੇ ਉਸਨੇ ਮਨ ਵਿੱਚ ਸੋਚਿਆ ਕਿ ਜਿਸ ਦਸਤਾਰ ਦੀ ਤਾਰੀਫ ਅੱਜ ਬੱਚੇ ਨੇ ਕੀਤੀ ਹੈ ਤੇ ਇਹ ਜਿਹੜੇ ਕੇਸ ਨੇ ਉਹ ਕਤਲ ਕਰਵਾਉਣ ਨੂੰ ਫਿਰਦਾ ਹੈ। ਜੇਕਰ ਕੇਸ ਕਤਲ ਕਰਵਾ ਲੇ ਤਾਂ ਫਿਰ ਦਸਤਾਰ ਕਿਵੇਂ ਬੰਨੇਗਾ। ਤਾਂ ਨੌਜਵਾਨ ਦੇ ਮਨ ਵਿੱਚ ਉਹ ਛੋਟੇ ਜਿਹੇ ਬੱਚੇ ਦੀ ਗੱਲ ਨੇ ਬਹੁਤ ਜ਼ਿਆਦਾ ਡੂੰਘਾ ਅਸਰ ਕੀਤਾ। ਉਸ ਤੋਂ ਬਾਅਦ ਨੌਜਵਾਨ ਨੇ ਸੇਵਾ ਵੀ ਕੀਤੀ ਤੇ ਨਾਲ ਹੀ ਜੋ ਹੈ ਉੱਥੇ ਜਿਹੜਾ ਕੀਰਤਨ ਆ ਉਸਦਾ ਵੀ ਸਿਮਰਨ ਕੀਤਾ ਤੇ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਉਸਨੇ ਬਿਤਾਇਆ ਤੇ ਉਸਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਉਸਨੂੰ ਕੇਸ ਨਹੀਂ ਕਤਲ ਕਰਵਾਉਣੇ ਚਾਹੀਦੇ। ਗੁਰੂ ਸਾਹਿਬ ਨੇ ਸਾਨੂੰ ਇਹ ਬਹੁਤ ਵੱਡੀ ਦਾਤ ਬਖਸ਼ੀ ਹੈ ਤੇ ਜੇਕਰ ਅਸੀਂ ਅਪਮਾਨ ਕਰਾਂਗੇ ਤੇ ਜਿਹੜੀ ਬਹੁਤ ਵੱਡੀ ਭੁੱਲ ਮੇਰੇ ਕੋਲ ਹੋਵੇਗੀ। ਉਸ ਤੋਂ ਬਾਅਦ ਫਿਰ ਨੌਜਵਾਨ ਨੇ ਸੋਚਿਆ ਕਿ ਹੁਣ ਉਹ ਕੇਸ ਨਹੀਂ ਕਤਲ ਕਰਵਾਵੇਗਾ। ਫਿਰ ਨੌਜਵਾਨ ਘਰ ਆਉਂਦਾ ਹੈ ਤੇ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਮੈਂ ਕੇਸ ਨਹੀਂ ਕਤਲ ਕਰਵਾਵਾਂਗਾ ਤੇ ਆਪਣੀ ਸਿੱਖੀ ਨੂੰ ਜੋ ਹੈ ਉਹ ਜ਼ਿੰਦਾ ਰੱਖਾਂਗਾ। ਫਿਰ ਨੌਜਵਾਨ ਨੇ ਆਪਣੇ ਮਨ ਵਿੱਚ ਧਾਰ ਲਿਆ ਕਿ ਹਮੇਸ਼ਾ ਦਸਤਾਰ ਬਣ ਕੇ ਰੱਖੇਗਾ। ਇਸ ਤਰੀਕੇ ਦੇ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਦਾਤਾਂ ਬਖਸ਼ੀਆਂ ਨੇ, ਸਿੱਖੀ ਬਖਸ਼ੀ ਹੈ ਤੇ ਉਸਦੀ ਜੋ ਹੈ ਰਾਖੀ ਗੁਰਸਿੱਖ ਵਿਅਕਤੀ ਜ਼ਰੂਰ ਕਰਦੇ ਨੇ।